ਸਤਨਾਮ ਸ੍ਰੀ ਵਾਹਿਗੁਰੂ ਜੀ। ਅਰ ਭੂਪਤ ਕੀ ਬਿਨੈ ਪਛਾਨੀ। ਉਹ ਸਮੇਂ ਭਲਾ ਪ੍ਰੀਤਮ ਦੇ ਪਾਸ ਬੈਠ ਕਰਕੇ ਸਾਰੇ ਜਿਹੜੇ ਗੁਰ ਸਿੱਖ ਸਲਾਹ ਕਰਨ ਲੱਗ ਪਏ ਹਨ। ਦੋਤੀ ਜੇਤੀ ਭਰਾਤ ਬਖਾਨੀ। ਜਿਵੇਂ ਰਾਜਾ ਜੈ ਸਿੰਘ ਨੇ ਆਪਣੇ ਵੱਲੋਂ ਬੇਨਤੀਆਂ ਵਾਰ-ਵਾਰ ਕੀਤੀਆਂ ਸਨ ਔਰ ਬਾਬਾ ਰਾਮ ਰਾਏ ਜੀ ਦੀ ਕੀਤੀ ਹੋਈ ਚੁਗਲੀ ਦੇ ਬਾਰੇ ਤਾਂ ਸਰਬੱਗ ਸਤਿਗੁਰੂ ਜੀ ਨੂੰ ਆਪ ਹੀ ਖੁਦ ਪਤਾ ਹੈ। ਕਾਰਨ ਸਕਲ ਜਾਨ ਮਨ ਮਾਹੀ। ਮਹਾਰਾਜ ਨੇ ਜਿਹੜੇ ਸਾਰੇ ਕਾਰਨ ਆਪਣੇ ਮਨ ਦੇ ਅੰਦਰ ਜਾਣ ਲਏ ਹਨ। ਸ੍ਰੀ ਹਰਿ ਕ੍ਰਿਸ਼ਨ ਜਿਨਹੁ ਗਮ ਨਾਹੀ। ਸਤਿਗੁਰੂ ਜੀ ਦੇ ਹਿਰਦੇ ਅੰਦਰ ਕੋਈ ਗਮ ਨਹੀਂ, ਕੋਈ ਸੋਗ ਨਹੀਂ। ਸਦਾ ਵਾਸਤੇ ਆਪਣੇ ਆਨੰਦ ਦੇ ਵਿੱਚ ਹੀ ਵਰਤਣ ਵਾਲੇ ਹਨ। ਸੰਧਿਆ ਲੱਗ ਸਭ ਸਭਾ ਮਝਾਰੇ। ਸੰਧਿਆ ਦੇ ਟਾਈਮ ਤੱਕ ਸਾਰਿਆਂ ਨੇ ਦੀਵਾਨ ਦੇ ਵਿੱਚ ਬੈਠ ਕਰਕੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਦਰਸ਼ਨ ਦੇਤ ਥਿਰੇ ਸੁਖ ਧਾਰੇ। ਸਾਰਿਆਂ ਦੇ ਮਨ ਦੇ ਵਿੱਚ ਬੜੇ ਸੁੱਖ ਸਤਿਗੁਰੂ ਜੀ ਨੇ ਪੈਦਾ ਕਰ ਦਿੱਤੇ ਹਨ। ਗਾਵਤ ਸ਼ਬਦ ਭੋਗ ਜਬ ਪਰਿਓ। ਜਦੋਂ ਰਬਾਬੀਆਂ ਨੇ ਸ਼ਬਦਾਂ ਦੀ ਸਮਾਪਤੀ ਕਰ ਦਿੱਤੀ ਹੈ। ਕੀਏ ਅਰਦਾਸ ਮੇਵੜੇ ਖਰਿਓ। ਮੇਵੜੇ ਨੇ ਮਹਾਰਾਜ ਦੇ ਅੱਗੇ ਖੜੇ ਹੋ ਕਰਕੇ ਆਪਣੇ ਵੱਲੋਂ ਸਾਰੀਆਂ ਸੰਗਤਾਂ ਦੀ ਅਰਦਾਸ ਬੇਨਤੀ ਜੋਦੜੀ ਕਰ ਦਿੱਤੀ ਹੈ। ਉਠ ਸਤਿਗੁਰ ਗਮਨੇ ਨਿਜ ਮੰਦਿਰ। ਉੱਠ ਕਰਕੇ ਬਾਲਾ ਪ੍ਰੀਤਮ ਆਪਣੇ ਸੋਹਣੇ ਮੰਦਰਾਂ ਦੇ ਵਿੱਚ ਪਹੁੰਚ ਗਏ ਹਨ। ਬੈਠੇ ਸੇਜ ਮਨੋਹਰ ਅੰਦਰ। ਬੜੀ ਸੁੰਦਰ ਸੇਜਾਂ ਦੇ ਉੱਪਰ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਦੇ ਵਿੱਚ ਬੈਠ ਗਏ ਹਨ। ਪਹੁੰਚੇ ਸ਼੍ਰੀ ਮਾਤਾ ਕੇ ਪਾਸ। ਜਦੋਂ ਆਪ ਮਾਤਾ ਜੀ ਦੇ ਪਾਸ ਹਾਜ਼ਰ ਹੋ ਗਏ ਹਨ। ਨਮੋ ਕਰੈ ਬਹੁ ਬਿਨੈ ਪ੍ਰਕਾਸ਼। ਬ੍ਰਹਮ ਗਿਆਨੀ ਗੁਰ ਸਿੱਖਾਂ ਨੇ ਵੀ ਮਹਾਰਾਜ ਦੇ ਨਿੱਕੇ ਨਿੱਕੇ ਕੋਮਲ ਚਰਨਾਂ ਦੇ ਉੱਪਰ ਆ ਕਰਕੇ ਆਪਣਾ ਮਸਤਕ ਲਗਾਇਆ ਸੀ। ਬੈਠੇ ਬ੍ਰਿੰਦ ਬਿਰਤਾਂਤ ਬਖਾਨੇ। ਜਦੋਂ ਸਾਰੇ ਮਹਾਰਾਜ ਦੇ ਆਲੇ ਦੁਆਲੇ ਗੁਰ ਸਿੱਖ ਬੈਠ ਗਏ ਹਨ। ਸ੍ਰੀ ਹਰਿ ਕ੍ਰਿਸ਼ਨ ਹਕਾਰਨ ਠਾਨੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਿਆਣੇ ਸਿਆਣੇ ਗੁਰ ਸਿੱਖਾਂ ਨੂੰ ਆਪ ਸੁਨੇਹਾ ਭੇਜ ਕਰਕੇ ਬੁਲਾ ਲਿਆ ਸੀ। ਦੁਸ਼ਟ ਵੱਡੋ ਬਾਦੀ ਹਠ ਕੂਰੋ। ਵੀ ਦੇਖੋ ਬਾਦਸ਼ਾਹ ਔਰੰਗਜ਼ੇਬ ਨੇ ਮਨ ਦੇ ਵਿੱਚ ਬੜਾ ਹੱਠ ਧਾਰਨ ਕੀਤਾ ਹੋਇਆ ਹੈ। ਨੌ ਰੰਗ ਸ਼ਾਹੋ ਸ਼ਰਾ ਕੋ ਪੂਰੋ। ਇਹ ਤਾਂ ਹਰ ਵਕਤ ਆਪਣੀ ਸ਼ਰ੍ਹਾ ਨੂੰ ਦੁਨੀਆ ਦੇ ਅੰਦਰ ਵਧਾਉਣ ਦੇ ਲਈ ਬੜੇ ਬੜੇ ਉਪਾਅ ਯਤਨ ਢੰਗ ਤਰੀਕੇ ਹੋ ਜਿਹੇ ਕਰਦਾ ਹੀ ਰਹਿੰਦਾ ਹੈ। ਰੋਕ ਸਭਨ ਕੋ ਅਜਮਤ ਚਾਹੇ। ਚਾਹੇ ਇਹਦੇ ਪਾਸ ਕੋਈ ਵੀ ਪੀਰ ਫਕੀਰ ਦਰਵੇਸ਼ ਆ ਗਿਆ, ਹਰੇਕ ਨੂੰ ਆਪਣੇ ਪਾਸ ਰੋਕ ਕਰਕੇ ਉਹਦੇ ਪਾਸੋਂ ਕਰਾਮਾਤ ਸ਼ਕਤੀ ਹੀ ਦੇਖਣੀ ਚਾਹੁੰਦਾ ਸੀ। ਨਤ ਨਿਜ ਮਤ ਮੈਂ ਲਿਆਏ ਉਮਾਹੇ। ਜਿਹੜਾ ਕੋਈ ਕਰਾਮਾਤ ਸ਼ਕਤੀ ਨਹੀਂ ਦਿਖਾਉਂਦਾ ਉਹਨੂੰ ਫਿਰ ਧੱਕੇ ਦੇ ਨਾਲ ਹੀ ਆਪਣੇ ਮਤ ਦੀਆਂ ਕਲਮਾਂ ਪੜ੍ਹਾ ਲੈਂਦਾ ਸੀ। ਪੁਨ ਭਰਾਤਾ ਤਹਿ ਮਤ ਸਰ ਭਰਿਓ। ਸਤਿਗੁਰੂ ਜੀ ਕਹਿਣ ਲੱਗੇ ਵੀ ਉੱਥੇ ਸਾਡੇ ਵੱਡੇ ਭਰਾ ਬਾਬਾ ਰਾਮ ਰਾਏ ਜੀ ਵੀ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਪਹੁੰਚੇ ਹੋਏ ਹਨ। ਜਿਨੇ ਬੁਲਾਵਨ ਕੋ ਮਤ ਕਰਿਓ। ਜ਼ਿਆਦਾਤਰ ਬਾਬਾ ਰਾਮ ਰਾਏ ਜੀ ਨੇ ਹੀ ਬਾਦਸ਼ਾਹ ਔਰੰਗਜ਼ੇਬ ਨੂੰ ਆਪਣੇ ਵੱਲੋਂ ਮਜਬੂਰ ਕੀਤਾ ਹੈ। ਮਿਲ ਤਿਨ ਘਾਤ ਅਨੇਕ ਰਚਤ ਹੈ। ਇਹੋ ਜਿਹੇ ਬੜੇ ਦਾ ਕਾ ਬਾਬਾ ਰਾਮ ਰਾਏ ਜੀ ਨੇ ਪਹਿਲਾਂ ਹੀ ਆਪਣੇ ਮਨ ਦੇ ਵਿੱਚ ਧਾਰਨ ਕੀਤੇ ਹੋਏ ਸਨ। ਅਨੁਜ ਵਡਾਈ ਦੇਖ ਤਚਤ ਹੈ। ਸਤਿਗੁਰੂ ਜੀ ਕਹਿਣ ਲੱਗੇ ਵੀ ਸਾਡੇ ਜਿਹੜੇ ਵੱਡੇ ਭਰਾ ਵਡਿਆਈ ਸੋਭਾ ਤੇਜ ਪ੍ਰਤਾਪ ਦੇ ਕਰਕੇ ਉਹ ਮਨ ਦੇ ਵਿੱਚ ਬੜਾ ਤਪਣ ਵੀ ਲੱਗ ਜਾਂਦੇ ਹਨ। ਸ੍ਰੀ ਹਰਿ ਕ੍ਰਿਸ਼ਨ ਬੈਸ ਲਗ ਤਿਨ ਕੀ। ਸਿਆਣੇ ਸਿਆਣੇ ਪ੍ਰੇਮੀ ਸੋਚਣ ਲੱਗੇ ਵੀ ਮਹਾਰਾਜ ਦੀ ਤਾਂ ਜੇ ਬਹੁਤ ਛੋਟੀ ਉਮਰ ਹੈ
ਅਜੇ ਬਾਲਕ ਅਵਸਥਾ ਦੇ ਵਿੱਚ ਹੀ ਵਿਚਰ ਰਹੇ ਹਨ। ਤਹਿ ਸਹਾਇਤਾ ਨਾਹਿਨ ਜਿਨ ਕੀ। ਜਿੱਥੇ ਹੁਣ ਵੱਡੇ ਵੱਡੇ ਕਾਜੀ ਮੁਲਾਣੇ ਉਲਮਾਓ ਅਰਬੀ ਫਾਰਸੀ ਦੇ ਬੜੇ ਲਿਖੇ ਵਿਦਵਾਨ ਰੋਜ਼ਾਨਾ ਬਾਦਸ਼ਾਹ ਦੇ ਪਾਸ ਆ ਕਰਕੇ ਬੈਠਦੇ ਹਨ। ਪਿਤਾ ਧੀਰ ਬੈਕੁੰਠ ਸਿਧਾਏ। ਸਤਿਗੁਰੂ ਹਰਿ ਸਾਹਿਬ ਜੀ ਮਹਾਰਾਜ ਤਾਂ ਪਹਿਲਾਂ ਹੀ ਸੱਚ ਖੰਡ ਨੂੰ ਚਲੇ ਗਏ ਹਨ। ਸਕਲ ਕਲਾ ਸਮਰੱਥ ਸੁਖ ਦਾਏ। ਉਹਨਾਂ ਦੇ ਹੁੰਦਿਆਂ ਕਿਸੇ ਨੂੰ ਕੋਈ ਮਨ ਦੇ ਵਿੱਚ ਇਹੋ ਜਿਹਾ ਫਿਕਰ, ਕੋਈ ਝੋਰਾ, ਸੰਗਤਾਂ ਦੇ ਚਿੱਤ ਦੇ ਅੰਦਰ ਕੋਈ ਵੀ ਚਿੰਤਾ ਨਹੀਂ ਪੈਦਾ ਹੁੰਦੀ ਸੀ। ਇਹ ਅਸਮੰਜਸ ਹੈ ਸਭ ਬਾਤ। ਇਹ ਤਾਂ ਬੜੀ ਅਜੋਗ ਵਾਰਤਾ ਸਾਰਿਆਂ ਦੇ ਸਾਹਮਣੇ ਆ ਗਈ, ਜੋ ਬਾਦਸ਼ਾਹ ਔਰੰਗਜ਼ੇਬ ਨੇ ਆਪਣੇ ਵੱਲੋਂ ਆ ਪਰਵਾਨਾ ਵੀ ਲੈ ਕਰਕੇ ਭੇਜ ਦਿੱਤਾ ਹੈ। ਹੋਏ ਤਹਿ ਕਹਾ ਨ ਜਾਨੀ ਜਾਤ। ਇਸ ਭਵਿੱਖਤ ਵਾਰਤਾ ਦੇ ਬਾਰੇ ਤਾਂ ਕੋਈ ਕਿਸੇ ਨੂੰ ਇਲਮ ਨਹੀਂ ਵੀ ਉੱਥੇ ਕਿਹੋ ਜੀ ਭਾਵੀ ਦਿੱਲੀ ਸ਼ਹਿਰ ਦੇ ਵਿੱਚ ਵਰਤ ਜਾਣੀ ਹੈ। ਇਤਨੇ ਮਹਿ ਚੱਲ ਸਤਿਗੁਰ ਆਏ। ਇਤਨੇ ਨੂੰ ਆਪ ਬਾਲਾ ਪ੍ਰੀਤਮ ਇਹਨਾਂ ਦੇ ਵਿੱਚ ਚੱਲ ਕਰਕੇ ਆ ਗਏ ਹਨ। ਬਾਲ ਆਰਬਲ ਧੀਰ ਬਿਰਧਾਏ। ਬਾਲਕ ਅਵਸਥਾ ਸਰੀਰ ਦੀ ਧਾਰਨ ਕੀਤੀ ਹੋਈ ਹੈ, ਪਰ ਹਿਰਦਾ ਬੜਾ ਗੰਭੀਰ, ਧਰਤੀ ਦੇ ਸਮਾਨ ਧੀਰਜ ਵੀ ਮਨ ਦੇ ਅੰਦਰ ਸਤਿਗੁਰੂ ਜੀ ਨੇ ਧਾਰਨ ਕੀਤਾ ਹੋਇਆ ਸੀ। ਹਾਥ ਬੰਦ ਸਭ ਹਵੈ ਕਰ ਠਾਂਡੇ। ਦੋਵੇਂ ਹੱਥ ਜੋੜ ਕਰਕੇ ਉਸੇ ਵਕਤ ਸਾਰੇ ਮਹਾਰਾਜ ਦੇ ਅੱਗੇ ਖੜੇ ਹੋ ਗਏ ਹਨ। ਨਿਮਹਿ ਪ੍ਰੇਮ ਪਦ ਪੰਕਜ ਬਾਡੇ। ਬੜੇ ਪ੍ਰੇਮ ਦੇ ਨਾਲ ਸਾਰਿਆਂ ਨੇ ਨਿੱਕੇ ਨਿੱਕੇ ਚਰਨਾਂ ਦੇ ਉੱਪਰ ਨਮਸਕਾਰ ਕਰ ਦਿੱਤੀ ਹੈ। ਸਤਕਾਰਤ ਵਿੱਚ ਸਭ ਕੋਈ ਬੈਸੇ। ਬੜੇ ਸਤਕਾਰ ਦੇ ਸਹਿਤ ਬਾਲਾ ਪ੍ਰੀਤਮ ਇਹਨਾਂ ਸਾਰਿਆਂ ਦੇ ਵਿਚਕਾਰ ਸਜ ਕਰਕੇ ਬੈਠ ਗਏ ਹਨ। ਸ਼ੋਭਤ ਗਿਆਨ ਮੂਰਤੀ ਜੈਸੇ। ਜਿਵੇਂ ਕਹਿੰਦੇ ਗਿਆਨ ਨੇ ਹੀ ਆਪਣੀ ਬੜੀ ਸੁੰਦਰ ਮੂਰਤੀ ਧਾਰਨ ਕੀਤੀ ਹੋਵੇ ਆ ਮਾਤਲੋ ਦੀ ਧਰਤੀ ਤੇ, ਇਹੋ ਜਿਹਾ ਸੁੰਦਰ ਸਰੂਪ ਬਾਲਾ ਪ੍ਰੀਤਮ ਦਾ ਸੋਭ ਰਿਹਾ ਸੀ। ਸ਼੍ਰੀ ਜਨਨੀ ਬੂਝੇ ਸਤ ਭਾਏ। ਉਸ ਸਮੇਂ ਸਤ ਪ੍ਰਤਗੀ ਸਤ ਸੰਧੀ ਸਤਿਗੁਰੂ ਜੀ ਨੂੰ ਆਪ ਮਾਤਾ ਜੀ ਬੜੇ ਪਿਆਰ ਦੇ ਨਾਲ ਪੁੱਛਣ ਲੱਗੇ ਹਨ। ਹਿਰਦੈ ਆਪ ਕੇ ਕਿਮ ਉਪਜਾਏ। ਇਹ ਲਾਲ ਜੀ ਬਾਦਸ਼ਾਹ ਔਰੰਗਜ਼ੇਬ ਦਾ ਪਰਵਾਨਾ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੀ ਖਿਆਲਾਤ ਪੈਦਾ ਹੋ ਚੁੱਕੇ ਹਨ? ਭਰਾਤਾ ਨੇ ਬਹੁਤਾਰ ਸ਼ਰੀਕਾ। ਤੁਹਾਡੇ ਵੱਡੇ ਭਰਾ ਨੇ ਮਨ ਦੇ ਵਿੱਚ ਬੜਾ ਸ਼ਰੀਕਪਣਾ ਵੀ ਧਾਰਨ ਕੀਤਾ ਹੋਇਆ ਹੈ। ਸੋ ਜਸ ਤੁਮਾਰੋ ਲੱਗਹਿ ਨਾਨਿਕਾ। ਸੋ ਜਸ ਤੁਮਾਰੋ ਲੱਗਣਾ ਨੀਕਾ। ਉਹਨਾਂ ਨੂੰ ਤੁਹਾਡਾ ਜਿਹੜਾ ਵੱਧਦਾ ਹੋਇਆ ਤੇਜ ਪ੍ਰਤਾਪ ਸੰਗਤਾਂ ਦੇ ਵਿੱਚ ਚੰਗਾ ਨਹੀਂ ਲੱਗਦਾ ਹੈ। ਸ਼ਾਹੇ ਸਿਖਾਏ ਹਕਾਰਨ ਕਰੇ। ਬਾਦਸ਼ਾਹ ਔਰੰਗਜ਼ੇਬ ਨੂੰ ਸਿਖਾ ਕਰਕੇ ਆ ਪਰਵਾਨਾ ਵੀ ਆਪਣੇ ਪਾਸ ਭੇਜ ਦਿੱਤਾ ਹੈ। ਮਮ ਸਮ ਮਿਲਹਿ ਦਵੈਸ਼ ਕੋ ਧਰੇ। ਇਹੀ ਜਿਹੜੀ ਦਵੈਸ਼ ਉਹਦੇ ਮਨ ਦੇ ਵਿੱਚ ਪੈਦਾ ਹੋ ਗਈ ਵੀ ਜਦੋਂ ਮੇਰੇ ਸਮਾਨ ਉਹਨਾਂ ਨੇ ਆ ਕਰਕੇ ਬਾਦਸ਼ਾਹ ਨੂੰ ਮਿਲ ਪੈਣਾ ਤੇ ਥਾਂ ਥਾਂ ਤੇ ਸੰਗਤਾਂ ਦੇ ਵਿੱਚ ਉਹਨਾਂ ਦਾ ਹੌਲਾਪਨ ਪ੍ਰਗਟ ਹੋ ਜਾਏਗਾ। ਬਨਹਿ ਜਾਏ ਬੋ ਤਹਾਂ ਜ਼ਰੂਰ। ਮਾਤਾ ਜੀ ਕਹਿਣ ਲੱਗੇ ਪੁੱਤਰ ਜੀ ਦਿੱਲੀ ਸ਼ਹਿਰ ਦੇ ਵਿੱਚ ਤਾਂ ਇੱਕ ਵਾਰੀ ਤੁਹਾਨੂੰ ਜ਼ਰੂਰ ਜਾਣਾ ਹੀ ਪੈਣਾ ਹੈ। ਨਤ ਵੱਧ ਜਾਏ ਬਖੇਰੋ ਭੂਰ। ਨਹੀਂ ਤਾਂ ਦੇਖ ਲਓ ਵੱਡੇ ਵੱਡੇ ਬਖੇੜੇ ਵੱਡੇ ਵੱਡੇ ਝਗੜੇ ਝਾਟੇ ਵੱਧ ਜਾਣੇ ਹਨ। ਨੌ ਰੰਗ ਕੇ ਨਰ ਛੂਛੇ ਜਾਹੇ। ਅਗਰ ਆ ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੋਏ ਪ੍ਰਧਾਨ ਦੂਤ ਇਸੇ ਤਰ੍ਹਾਂ ਦਿੱਲੀ ਸ਼ਹਿਰ ਨੂੰ ਖਾਲੀ ਮੁੜ ਗਏ, ਇਹ ਦੇ ਕਰਕੇ ਉਹਦੇ ਮਨ ਦੇ ਵਿੱਚ ਤਾਂ ਬੜਾ ਕ੍ਰੋਧ ਪੈਦਾ ਹੋ ਜਾਣਾ ਹੈ। ਦੁਸ਼ਟ ਤਬੈ ਰਿਸ ਹੈ ਮਨ ਮਾਹੇ। ਇਹ ਦੇ ਕਰਕੇ ਬਾਦਸ਼ਾਹ ਨੇ ਤਾਂ ਬੜਾ ਤਪਣ ਲੱਗ ਜਾਣਾ ਵੀ ਉਹਨਾਂ ਨੇ ਮੇਰੇ ਹੁਕਮ ਦੀ ਅਦੁਲੀ ਕਰ ਦਿੱਤੀ ਹੈ।
ਹਿਰਦੇ ਹੰਕਾਰ ਹੈ ਜੋਰ ਕਰੈ ਗੋ। ਚਿੱਤ ਦੇ ਵਿੱਚ ਮਾਨ ਹੰਕਾਰ ਧਾਰਨ ਕਰਕੇ ਉਹਨੇ ਫਿਰ ਆਪਣੇ ਉੱਪਰ ਬੜਾ ਜ਼ੋਰ ਬਲ ਵੀ ਦਿਖਾਉਣ ਲੱਗ ਜਾਣਾ ਹੈ। ਲਸ਼ਕਰ ਪਠਹਿ ਵਿਰੋਧ ਧਰਹਿ ਗੋ। ਜੇਕਰ ਮਨ ਦੇ ਅੰਦਰ ਬੜਾ ਬੈਰ ਵਿਰੋਧ ਧਾਰਨ ਕਰਕੇ ਬੜੀ ਸੈਨਾ ਪੈਤੀ ਇੱਥੇ, ਆਪਾਂ ਨੂੰ ਤਾਂ ਫਿਰ ਉਹਨਾਂ ਦਾ ਸਾਹਮਣਾ ਕਰਨਾ ਵੀ ਬੜਾ ਔਖਾ ਹੋ ਜਾਣਾ ਹੈ। ਬਿਗੜ ਜਾਏ ਪੁਨ ਸੁਧਰੈ ਨਾਹੀ। ਜੇਕਰ ਇੱਕ ਵਾਰੀ ਬਾਦਸ਼ਾਹ ਦੇ ਨਾਲ ਕਿਤੇ ਆਪਣਾ ਵਿਗਾੜ ਪੈ ਗਿਆ, ਦੁਬਾਰਾ ਫਿਰ ਸੁਧਰਨਾ ਔਖਾ ਹੋ ਜਾਣਾ ਹੈ। ਬੁਰਾ ਕਰਤ ਜਿਸ ਬੈਸਹਿ ਪਾਹੀ। ਜਿਹੜੇ ਕਾਜੀ ਮੁਲਾਣੇ ਕਚਹਿਰੀ ਦੇ ਵਿੱਚ ਬੈਠਣ ਵਾਲੇ, ਇਹ ਤਾਂ ਹਰ ਵਕਤ ਗੁਰੂ ਬਾਬਾ ਜੀ ਦੇ ਦਰ ਘਰ ਦੀ ਜਿਹੜੀ ਬਰਿਆਈ ਮਨ ਦੇ ਵਿੱਚ ਸੋਚਦੇ ਹੀ ਰਹਿੰਦੇ ਹਨ। ਕਠਨ ਬਨੀ ਕਿਮ ਕਰੈ ਸੁਧਾਰਨ। ਮਾਤਾ ਜੀ ਬੜੇ ਪਿਆਰ ਦੇ ਨਾਲ ਪੁੱਛਣ ਲੱਗੇ ਵੀ ਹੁਣ ਇਹਦਾ ਹੱਲ ਕੀ ਕਰ ਸਕਦੇ ਆ। ਬੜੀ ਕਠਿਨਾਈ ਸਾਰਿਆਂ ਦੇ ਸਾਹਮਣੇ ਆ ਚੁੱਕੀ ਹੈ। ਜਿਸ ਤੇ ਹੋਏ ਆਨੰਦ ਕੋ ਕਾਰਨ। ਆਪ ਇਹੋ ਜੀ ਕੋਈ ਖੇਲ ਵਰਤਾਓ ਜਿਸ ਕਰਕੇ ਸਾਰਿਆਂ ਦੇ ਮਨ ਦੇ ਵਿੱਚ ਬੜਾ ਆਨੰਦ ਬੜੇ ਸੁੱਖ ਪੈਦਾ ਹੋ ਜਾਣ। ਆਪ ਬੜੀਆਂ ਸ਼ਕਤੀਆਂ ਕਰਾਮਾਤਾਂ ਦੇ ਮਾਲਕ ਹੋ। ਸੁਨ ਕੈ ਸ੍ਰੀ ਹਰਿ ਕ੍ਰਿਸ਼ਨ ਸੁਜਾਨਾ। ਸਰਬੱਗ ਅੰਤਰਜਾਮੀ ਸੁਣ ਕਰਕੇ ਤਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਇਹ ਮਾਤਾ ਦੇ ਬਚਨ ਸਾਰੇ ਗੁਰਸਿੱਖਾਂ ਦੇ ਵਿੱਚ ਬੈਠ ਕਰਕੇ ਸੁਣ ਲਏ ਹਨ। ਸਭਨ ਸੁਨਾਵਤ ਬਾਕ ਬਖਾਨਾ। ਸਾਰਿਆਂ ਨੂੰ ਸੁਣਾਉਂਦਿਆਂ ਹੋਇਆਂ ਬੜੇ ਧੀਰਜ ਦੇ ਨਾਲ ਇਹ ਬਚਨ ਮਹਾਰਾਜ ਨੇ ਆਪਣੇ ਨੂਰਾਨੀ ਚਿਹਰੇ ਤੋਂ ਕਰ ਦਿੱਤੇ ਸੀ। ਨਹਿ ਮਲੇਛ ਕੋ ਦਰਸ਼ਨ ਦਹਿ। ਸਤਿਗੁਰੂ ਜੀ ਕਹਿਣ ਲੱਗੇ ਮਾਤਾ ਜੀ ਵੀ ਜਿਹੜਾ ਅਸੀਂ ਪ੍ਰਣ ਜਿਹੜੀ ਪ੍ਰਤਿਗਿਆ ਧਾਰਨ ਕੀਤੀ ਹੈ ਉਹ ਤਾਂ ਨਹੀਂ ਕਦੇ ਟਲ ਸਕਦੀ। ਕਦੇ ਵੀ ਜੀਵਨ ਪਰ ਨਾ ਤਾਂ ਉਸ ਮਲੇਸ਼ ਨੂੰ ਦਰਸ਼ਨ ਦੇਣਾ ਹੈ, ਨਾ ਉਹਦਾ ਕਦੇ ਦਰਸ਼ਨ ਵੀ ਨਹੀਂ ਕਰਨਾ ਹੈ। ਹੋਏ ਸਮੀਪ ਤਿਸ ਕੋ ਨਹਿ ਲੈ ਹੈ। ਕਦੇ ਵੀ ਬਾਦਸ਼ਾਹ ਔਰੰਗਜ਼ੇਬ ਦੇ ਨੇੜੇ ਹੋ ਕਰਕੇ ਉਹਦਾ ਮੂੰਹ ਵੀ ਅਸੀਂ ਨਹੀਂ ਦੇਖਣਾ ਹੈ। ਇਹੀ ਨੇਮ ਪਿਤ ਕੀਨ ਹਮਾਰੇ। ਇਹ ਜਿਹੜਾ ਨੇਮ ਇਹ ਪ੍ਰਤਿਗਿਆ ਪਹਿਲਾਂ ਗੁਰੂ ਪਿਤਾ ਨੇ ਵੀ ਧਾਰਨ ਕੀਤੀ ਹੋਈ ਸੀ। ਤਿਸ ਪ੍ਰਕਾਰ ਹਮ ਵੀ ਉਰ ਧਾਰੇ। ਉਹੀ ਪ੍ਰਤਿਗਿਆ ਉਹੀ ਪ੍ਰਾਣ ਅਸੀਂ ਵੀ ਆਪਣੇ ਮਨ ਦੇ ਅੰਦਰ ਧਾਰਨ ਕੀਤਾ ਹੋਇਆ ਹੈ। ਨਿਜ ਬਚ ਪਿਤ ਜਿਮ ਕੀਏ ਪ੍ਰਤਪਾਰਨ। ਜਿਵੇਂ ਗੁਰੂ ਪਿਤਾ ਨੇ ਬਚਨ ਸਾਰੀ ਜ਼ਿੰਦਗੀ ਸੰਗਤਾਂ ਦੇ ਵਿੱਚ ਪਾਲ ਕਰਕੇ ਦਿਖਾ ਦਿੱਤੇ ਨੇ, ਤਿਮ ਹਮ ਕਰਹਿ ਨ ਹੋਏ ਹੈ ਟਾਰਨ। ਇਸੇ ਤਰ੍ਹਾਂ ਉਹ ਬਚਨ ਅਸੀਂ ਵੀ ਉਸੇ ਤਰ੍ਹਾਂ ਹੀ ਤੁਹਾਨੂੰ ਸਾਰਿਆਂ ਨੂੰ ਨਿਭਾ ਕਰਕੇ ਦਿਖਾਉਣੇ ਹਨ। ਅਟਲ ਸੁਮੇਰ ਟਲਹਿ ਨਹਿ ਜੈਸੇ। ਉਹ ਜਿਵੇਂ ਕਹਿੰਦੇ ਸੁਮੇਰ ਪਰਬਤ ਵੱਡੀਆਂ ਵੱਡੀਆਂ ਤੇਜ਼ ਅੰਧੇਰੀਆਂ ਵੀ ਕਿਤੇ ਚੱਲ ਪੈਣ ਤਾਂ ਵੀ ਕਦੇ ਹਿੱਲਿਆ ਨਹੀਂ ਕਰਦਾ ਹੈ। ਸਤਿਗੁਰ ਬਾਕ ਅਚਲ ਨਿਤ ਤੈਸੇ। ਇਸੇ ਤਰ੍ਹਾਂ ਜਿਹੜੇ ਬਚਨ ਗੁਰੂ ਪਿਤਾ ਨੇ ਇੱਕ ਵਾਰੀ ਰਸਨਾ ਤੋਂ ਕਹਤੇ ਉਹ ਅਸੀਂ ਉਸੇ ਤਰ੍ਹਾਂ ਆਪਣੇ ਹਿਰਦੇ ਦੇ ਅੰਦਰ ਧਾਰਨ ਕੀਤੇ ਹੋਏ ਹਨ। ਬਿਗਨ ਪਉਨ ਤੇ ਕਿਮ ਚੱਲ ਪਰੈ। ਇਹ ਜਿਹੜੇ ਬਚਨ ਬਿਗਨਾ ਰੂਪੀ ਹਵਾ ਦੇ ਨਾਲ ਕਦੇ ਟਲ ਨਹੀਂ ਸਕਣੇ ਹਨ। ਸਦਾ ਗੰਭੀਰ ਧੀਰ ਜੇ ਢਰੈ। ਸਤਿਗੁਰੂ ਜੀ ਨੇ ਬੜੇ ਗੰਭੀਰ ਹਿਰਦੇ ਦੇ ਵਿੱਚੋਂ ਜਿਹੜੇ ਜਦੋਂ ਇਹੋ ਜਿਹੇ ਬਚਨ ਕੀਤੇ ਸੀ। ਅਚਲ ਬਾਕ ਸੁਨ ਕੇ ਤਿਸ ਕਾਲਾ। ਜਦੋਂ ਮੁਖੀਆ ਨੇ ਮਸੰਦਾ ਨੇ ਸਿਆਣੇ ਸਿਆਣੇ ਗੁਰਸਿੱਖਾਂ ਨੇ ਸੁਣ ਲਏ ਵੀ ਮਹਾਰਾਜ ਨੇ ਆਪਣੀ ਜਿਹੜੀ ਪ੍ਰਤਿਗਿਆ ਆਪਣਾ ਜਿਹੜਾ ਕੀਤਾ ਹੋਇਆ ਪ੍ਰਣ ਉਹ ਕਦੇ ਵੀ ਨਹੀਂ ਤਿਆਗਣਾ ਹੈ। ਤਰਸੇ ਮਸੰਦ ਰੋ ਮਾਤ ਵਿਸਾਲਾ। ਸੁਣ ਕਰਕੇ ਮਾਤਾ ਜੀ ਮਸੰਦਾ ਦੇ ਮਨ ਦੇ ਵਿੱਚ ਤਾਂ ਬੜਾ ਡਰ ਪੈਦਾ ਹੋ ਗਿਆ ਸੀ ਪਿਤਾ ਸਮਾਨ ਨੇਮ ਜੇ ਧਾਰਿਓ। ਵੀ ਜੇਕਰ ਹੁਣ ਸਤਿਗੁਰੂ ਜੀ ਨੇ ਆਪਣੇ ਗੁਰੂ ਪਿਤਾ ਦੇ ਸਮਾਨ ਪ੍ਰਾਣੀ ਪੱਕਾ ਚਿੱਤ ਦੇ ਅੰਦਰ ਧਾਰਨ ਕੀਤਾ ਹੋਇਆ ਹੈ
ਤੋ ਅਬ ਸਭ ਹੂੰ ਕਾਜ ਬਿਗਾਰਿਓ। ਫਿਰ ਤਾਂ ਹੁਣ ਸਾਰੇ ਪ੍ਰੇਮੀਆਂ ਦੇ ਸੰਗਤਾਂ ਦੇ ਵੱਡੇ ਵੱਡੇ ਕਾਰਜ ਹੀ ਵਿਗੜ ਜਾਣੇ ਹਨ। ਸਭਨ ਜੋਰ ਕਰ ਬਿਨੈ ਬਖਾਨੀ। ਫਿਰ ਸਾਰਿਆਂ ਨੇ ਦੋਵੇਂ ਹੱਥ ਜੋੜ ਕਰਕੇ ਆਪਣੇ ਵੱਲੋਂ ਬੇਨਤੀ ਕੀਤੀ ਹੈ। ਤੁਮ ਸਰਬਾਗੇ ਸਗਲ ਗੁਣ ਖਾਨੀ। ਇਹ ਗੁਣਾਂ ਦੀ ਖਾਨ ਸੱਚੇ ਪਾਤਸ਼ਾਹ ਆਪ ਤਾਂ ਸਰਬਾਗੋਂ ਅੰਤਰ ਜਾਮੀ ਹੋ। ਜਥਾ ਹੋਏ ਸਭ ਹੂੰ ਕਹੁ ਨੀਕੀ। ਪਰ ਇਹੋ ਜਿਹੇ ਬਚਨ ਕਰੋ ਰਸਨਾ ਤੋਂ ਜਿਨ੍ਹਾਂ ਦੇ ਨਾਲ ਸਾਰਿਆਂ ਦੇ ਮਨ ਦੇ ਅੰਦਰ ਬੜੀ ਚੈਨ, ਬੜੀ ਸ਼ਾਂਤੀ, ਬੜੇ ਸੁੱਖ ਪੈਦਾ ਹੋ ਜਾਣ। ਇਹੋ ਜਿਹੇ ਬਚਨ ਸੁਣ ਕਰਕੇ ਸਾਨੂੰ ਤਾਂ ਬੜਾ ਫਿਕਰ ਵੀ ਮਨ ਦੇ ਅੰਦਰ ਲੱਗ ਜਾਂਦਾ ਹੈ। ਬਾਤ ਆਪ ਕੀ ਪਰਹਿ ਨਾ ਫੀਕੀ। ਜਿਸ ਕਰਕੇ ਆਪ ਦੇ ਜਿਹੜੇ ਬਚਨ ਵੀ ਕਦੇ ਫਿੱਕੇ ਨਹੀਂ ਪੈਣੇ ਚਾਹੀਦੇ ਹਨ। ਕਰਨੀ ਕਾਰ ਤਥਾ ਤੁਮ ਬਨ ਹੈ। ਇਹੋ ਜੀ ਖੇਲ ਆਪ ਨੇ ਖੁਦ ਹੀ ਸਾਹਮਣੇ ਵਰਤਾ ਦੇਣੀ ਹੈ। ਮਾਤ ਆਪ ਕੀ ਗਿਣਤੀ ਗਿਨ ਹੈ। ਦੇਖੋ ਮਾਤਾ ਜੀ ਦੇ ਮਨ ਦੇ ਵਿੱਚ ਵੀ ਹੁਣੇ ਬੜੀਆਂ ਵਿਚਾਰਾਂ ਪੈਦਾ ਹੋਣ ਲੱਗ ਪਈਆਂ ਹਨ। ਕਰੀਐ ਸਭ ਕੋ ਸੁਖ ਉਪਜਾਵਨ। ਆਪ ਨੇ ਤਾਂ ਸਾਰੀਆਂ ਸੰਗਤਾਂ ਨੂੰ ਸਦਾ ਵਾਸਤੇ ਕਿਤਨੇ ਸੁੱਖ, ਵੱਡੇ ਵੱਡੇ ਕੋੜੀਆਂ ਦੇ ਰੋਗ ਵੀ ਆਪ ਨੇ ਦੂਰ ਕਰ ਦਿੱਤੇ ਹਨ। ਇਮ ਇੱਛਾ ਕੋ ਠਟੋ ਪੁਜਾਵਨ। ਸੱਚੇ ਪਾਤਸ਼ਾਹ ਇਹੋ ਜੀ ਇੱਛਾ, ਇਹੋ ਜੀ ਕਾਮਨਾ ਆਪ ਨੂੰ ਵੀ ਧਾਰਨ ਕਰਨੀ ਬਣਦੀ ਹੈ। ਜੇ ਨਾ ਕਰੋਗੇ ਦਿੱਲੀ ਜਾਨਾ। ਜੇਕਰ ਆਪਣੇ ਦਿੱਲੀ ਸ਼ਹਿਰ ਤੋਂ ਕਿਤੇ ਨਾ ਕਰ ਦਿੱਤੀ ਫਿਰ ਤਾਂ ਸਾਨੂੰ ਇਹੋ ਲੱਗਦਾ ਵੀ ਬੜੇ ਬੜੇ ਬੇਗਾੜ ਗੁਰੂ ਘਰ ਦੇ ਵਿੱਚ ਪੈਦਾ ਹੋ ਜਾਣੇ ਹਨ। ਬਾਦੀ ਨੌਰੰਗ ਦੁਸ਼ਟ ਮਹਾਨਾ। ਬਾਦਸ਼ਾਹ ਔਰੰਗਜ਼ੇਬ ਬੜਾ ਜ਼ਾਲਮ ਹੈ, ਪਾਪੀ ਹੈ। ਜਿਹੜੀ ਗੱਲ ਇਹਨੇ ਇੱਕ ਵਾਰੀ ਮੂੰਹ ਤੋਂ ਕਹਿਤੀ ਉਹ ਫਿਰ ਬੜੇ ਹੱਠ ਦੇ ਨਾਲ ਪੂਰੀ ਕਰਕੇ ਹੀ ਸਾਹ ਲੈਂਦਾ ਹੈ। ਬਿਗਰ ਪਰਹਿ ਗੋ ਕਰਹਿ ਕੁਚਾਲੀ। ਜੇਕਰ ਆਪ ਦਿੱਲੀ ਸ਼ਹਿਰ ਨਾ ਗਏ ਉਹਨੇ ਵਿਗੜ ਕਰਕੇ ਬੜੀਆਂ ਕੁਚਾਲਾਂ ਵੀ ਪੈਦਾ ਕਰ ਦੇਣੀਆਂ ਹਨ। ਇਹਾਂ ਪਠਾਵਹਿ ਸੈਨ ਵਿਸਾਲੀ। ਜੇਕਰ ਲੱਖਾਂ ਦੀ ਗਿਣਤੀ ਦੇ ਵਿੱਚ ਇੱਥੇ ਫੌਜਾਂ ਆਪਣੇ ਉੱਪਰ ਚੜ੍ਹ ਕੇ ਆ ਗਈਆਂ ਫਿਰ ਦੱਸੋ ਆਪਾਂ ਉਹਨਾਂ ਦਾ ਕੀ ਕਰ ਸਕਦੇ ਹਾਂ। ਪਰਹਿ ਵਿਰੋਧ ਲਰਨ ਕਹੁ ਭਾਰੀ। ਫਿਰ ਤਾਂ ਜੰਗ ਜੰਦਾਲ ਕਰਨ ਦੇ ਲਈ ਵੱਡੇ ਵੱਡੇ ਵਿਰੋਧੀ ਦੋਵੇਂ ਪਾਸਿਆਂ ਤੋਂ ਪੈਦਾ ਹੋ ਜਾਣੇ ਹਨ। ਨਹਿ ਠਹਿਰਿਓ ਕਿਮ ਜਾਏ ਅਗਾਰੀ। ਇਤਨੀਆਂ ਫੌਜਾਂ ਦੇ ਅੱਗੇ ਆਪਾਂ ਨੂੰ ਤਾਂ ਠਹਿਰਨਾ ਵੀ ਬੜਾ ਔਖਾ ਹੋ ਜਾਣਾ ਹੈ। ਸਭ ਦੇਸ਼ਨ ਮੈਂ ਰਾਜ ਤਿਸੀ ਕੋ। ਹੁਣ ਚਾਰੇ ਪਾਸੇ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਵੀ ਕਾਇਮ ਹੋ ਚੁੱਕਿਆ ਹੈ। ਰਹਿਨ ਦੇਤ ਆਕੀ ਨਾ ਕਿਸੀ ਕੋ। ਹੁਣ ਤੱਕ ਇਹਨੇ ਕੋਈ ਵੀ ਹਿੰਦੁਸਤਾਨ ਦੇ ਵਿੱਚ ਕੋਈ ਸੂਬਾ ਨਵਾਬ ਅਹਿਲਕਾਰ ਆਕੀ ਨਹੀਂ ਰਹਿਣ ਦਿੱਤਾ। ਸਾਰੇ ਨੇ ਆਪਣੇ ਅਧੀਨ ਕੀਤੇ ਹੋਏ ਹਨ। ਸੁਨ ਕੇ ਸ੍ਰੀ ਹਰਿ ਕ੍ਰਿਸ਼ਨ ਸਭਨ ਤੇ। ਜਦੋਂ ਧੰਨ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਸਾਰਿਆਂ ਦੇ ਪਾਸੋਂ ਇਹ ਬੜੇ ਫਿਕਰ ਵਾਲੇ ਬਚਨ ਸੁਣ ਲਏ ਸੀ। ਧੀਰਜ ਕੇ ਸਮੇਤ ਬਚਪਨ ਤੇ। ਫਿਰ ਮਹਾਰਾਜ ਨੇ ਬੜੀ ਧੀਰਜ ਵਾਲੇ ਜਿਹੜੇ ਬਚਨ ਸੁੰਦਰ ਨੂਰਾਨੀ ਚਿਹਰੇ ਤੋਂ ਕੀਤੇ ਸਨ। ਸ੍ਰੀ ਨਾਨਕ ਜੀ ਨੀਕੀ ਕਰ ਹੈ। ਮਹਾਰਾਜ ਕਹਿਣ ਲੱਗੇ ਭਾਈ ਗੁਰਮੁਖੋ ਕੋਈ ਮਨ ਦੇ ਵਿੱਚ ਤੁਸੀਂ ਚਿੰਤਾ ਨਾ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਇਹੋ ਜੀ ਭਲੀ ਬਾਤ ਸਾਰਿਆਂ ਦੇ ਸਾਹਮਣੇ ਕਰ ਦੇਣੀ ਹੈ। ਸਕਲ ਰੀਤ ਕੇ ਕਾਜ ਸੁਧਰ ਹੈ। ਇਹ ਜਿਹੜੇ ਵੱਡੇ ਵੱਡੇ ਕਾਰਜ ਗੁਰੂ ਬਾਬਾ ਜੀ ਨੇ ਆਪਣੇ ਆਪ ਹੀ ਆਪਣੇ ਪੂਰੇ ਕਰ ਦੇਣੇ ਹਨ। ਇਮ ਕਹਿ ਉੱਠ ਕਰ ਬਾਹਰ ਆਏ। ਇਹੋ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਤਾਂ ਬਚਨ ਕਰਕੇ ਆਪਣੇ ਸੁੰਦਰ ਮੰਦਰਾਂ ਚੋਂ ਬਾਹਰ ਆ ਗਏ ਸੀ। ਜਹ ਦਰਸਹਿ ਸੰਗਤ ਸਮੁਦਾਏ। ਜਿੱਥੇ ਹੁਣ ਬੜੀਆਂ ਸੰਗਤਾਂ ਵੀ ਦੀਦਾਰ ਕਰਨ ਦੇ ਲਈ ਉਡੀਕ ਰਹੀਆਂ ਸਨ। ਜੈ ਸਿੰਘ ਨ੍ਰਿਪ ਕੋ ਦੂਤ ਹਕਾਰਿਓ। ਉਸ ਬਾਤ ਮਹਾਰਾਜ ਨੇ ਫਿਰ ਰਾਜਾ ਜੈ ਸਿੰਘ ਦਾ ਜਿਹੜਾ ਦੂਤ ਪ੍ਰਧਾਨ
ਆਪਣੇ ਪਾਸ ਸੱਦ ਲਿਆ ਸੀ। ਸਾਦਰ ਸਭਾ ਮਝਾਰ ਬਿਠਾਰਿਓ। ਉਹਨੂੰ ਬੜੇ ਸਤਿਕਾਰ ਦੇ ਸਹਿਤ ਭਰੀ ਸਭਾ ਦੇ ਵਿੱਚ ਬਿਠਾ ਦਿੱਤਾ ਹੈ। ਕਹਿਓ ਤਾਹੇ ਸੋ ਹਮ ਪ੍ਰਣ ਇਹੀ। ਉਸ ਸਮੇਂ ਜਿਹੜਾ ਪ੍ਰਣ ਜਿਹੜੀ ਪ੍ਰਤਿਗਿਆ ਕੀਤੀ ਹੋਈ ਸੀ ਬਾਲਾ ਪ੍ਰੀਤਮ ਨੇ ਇਹਦੇ ਮੂੰਹ ਦੇ ਉੱਪਰ ਹੀ ਕਹਿ ਦਿੱਤੀ ਹੈ। ਦਰਸ਼ਨ ਦੇਹੇ ਤੁਰਕ ਨਹਿ ਲੇਹੀ। ਕਹਿ ਲਗੇ ਵੀ ਦੇਖ ਇਹ ਪ੍ਰਣ ਪ੍ਰਤਿਗਿਆ ਅਸੀਂ ਪਹਿਲਾਂ ਤੋਂ ਧਾਰਨ ਕੀਤੀ ਹੋਈ ਹੈ, ਕਦੇ ਵੀ ਮਲੇਸ਼ ਦਾ ਨਾ ਤਾਂ ਦਰਸ਼ਨ ਕਰਨਾ ਹੈ, ਨਾ ਕਦੇ ਉਹਨੂੰ ਦਰਸ਼ਨ ਦੇਣਾ ਹੈ। ਇਹ ਪ੍ਰਤਿਗਿਆ ਕਦੇ ਵੀ ਟਲ ਨਹੀਂ ਸਕੇਗੀ। ਕੌਣ ਕਾਜ ਹੈ ਸਾਥ ਹਮਾਰੇ। ਸਤਿਗੁਰੂ ਜੀ ਪੁੱਛਣ ਲੱਗੇ ਪ੍ਰਧਾਨ ਨੂੰ ਵੀ ਸਾਡੇ ਤਾਈਂ ਬਾਦਸ਼ਾਹ ਔਰੰਗਜ਼ੇਬ ਨੂੰ ਕਿਹੜਾ ਇਹੋ ਜਿਹਾ ਕੋਈ ਜ਼ਰੂਰੀ ਕੰਮ ਪੈ ਚੁੱਕਿਆ ਹੈ ਜਿਸ ਤੇ ਪਠ ਕਰ ਦੂਤ ਹਕਾਰੇ। ਜੈਸ ਕਰਕੇ ਆਪਣੇ ਦੋ ਪ੍ਰਧਾਨਾਂ ਨੂੰ ਭੇਜ ਕਰਕੇ ਸਾਨੂੰ ਦਿੱਲੀ ਸ਼ਹਿਰ ਦੇ ਵਿੱਚ ਬੁਲਾਉਣਾ ਚਾਹੁੰਦਾ ਹੈ। ਪਿਤਾ ਹਮਾਰੇ ਕੀ ਜਿਮ ਰੀਤ। ਜਿਵੇਂ ਸਾਡੇ ਗੁਰੂ ਪਿਤਾ ਨੇ ਮਰਜ਼ਾਦਾ ਇਹ ਰੋ ਰੀਤੀ ਧਾਰਨ ਕੀਤੀ ਹੋਈ ਸੀ। ਹੈ ਸੋ ਸਹੀ ਨਾ ਹਵੈ ਵਿਪਰੀਤ। ਉਹੀ ਪ੍ਰਤਿਗਿਆ ਉਹ ਜਿਹੜਾ ਪ੍ਰਣ ਅਸੀਂ ਕਦੇ ਉਲਟਾ ਨਹੀਂ ਸਕਦੇ। ਜਿਹੜੇ ਵਚਨ ਗੁਰੂ ਪਿਤਾ ਨੇ ਇੱਕ ਵਾਰੀ ਸਾਨੂੰ ਆਪਣੀ ਰਸਨਾ ਤੋਂ ਕਹਿ ਦਿੱਤੇ ਹਨ, ਅੰਤ ਪ੍ਰਯੰਤ ਨਿਭਾਹਿਓ ਨੇਮ। ਇਹ ਜਿਹੜੀ ਪ੍ਰਤਿਗਿਆ ਅਸੀਂ ਅੰਤ ਪਰਜੰਤ ਦਾ ਕੋਸੇ ਤਰ੍ਹਾਂ ਜ਼ਿੰਦਗੀ ਭਰ ਨਿਭਾਉਣੀ ਹੈ। ਤੈਸੇ ਹਮ ਕਰ ਹੈ ਸਹਿ ਪ੍ਰੇਮ। ਜਿਵੇਂ ਸਾਡੇ ਗੁਰੂ ਪਿਤਾ ਨੇ ਵੀ ਨਾ ਕਦੇ ਮਲੇਸ਼ ਨੂੰ ਦਰਸ਼ਨ ਦਿੱਤਾ, ਨਾ ਕਦੇ ਉਹਦੇ ਦਰਸ਼ਨ ਕੀਤੇ ਵੀ ਨਹੀਂ ਹਨ। ਗੁਰ ਘਰ ਤੇ ਅਜ਼ਮਤ ਚਹਿ ਸ਼ਾਹੂ। ਸਤਿਗੁਰੂ ਜੀ ਕਹਿਣ ਲੱਗੇ ਵੀ ਬਾਦਸ਼ਾਹ ਔਰੰਗਜ਼ੇਬ ਗੁਰੂ ਘਰ ਦੇ ਵਿੱਚੋਂ ਕਰਾਮਾਤ ਸ਼ਕਤੀ ਇੱਕ ਦੇਖਣੀ ਚਾਹੁੰਦਾ ਸੀ। ਤੇ ਸਹਿਤ ਗਇਓ ਭਰਾਤਪੁਰ ਮਾਹੂ। ਉਹ ਜਿਹੜੀ ਕਰਾਮਾਤ ਸ਼ਕਤੀ ਦਿਖਾਉਣ ਵਾਸਤੇ ਸਾਡੇ ਵੱਡੇ ਭਰਾ ਪਹਿਲਾਂ ਹੀ ਬਾਬਾ ਰਾਮ ਰਾਏ ਜੀ ਉਹਦੇ ਪਾਸ ਹੀ ਪਹੁੰਚੇ ਹੋਏ ਹਨ। ਜਿਮ ਜਿਮ ਨੌ ਰੰਗ ਚਾਹਤ ਦੇਖਾ। ਜਿਵੇਂ ਜਿਵੇਂ ਬਾਦਸ਼ਾਹ ਔਰੰਗਜ਼ੇਬ ਆਪਣੇ ਵੱਲੋਂ ਕਰਾਮਾਤਾਂ ਸ਼ਕਤੀਆਂ ਦੇਖਣੀਆਂ ਚਾਹੁੰਦਾ ਸੀ। ਕਰਾਮਾਤ ਤਿਮ ਕੀਨ ਵਸੇਖਾ। ਦੇ ਲੋ ਕਿਤਨੀਆਂ ਵੱਡੀਆਂ ਵੱਡੀਆਂ ਕਰਾਮਾਤਾਂ ਸ਼ਕਤੀਆਂ ਬਾਬਾ ਰਾਮ ਰਾਏ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਦਿਖਾ ਦਿੱਤੀਆਂ ਹਨ। ਅਬ ਲਗ ਨਿਕਟ ਸ਼ਾਹੋ ਕੇ ਰਹਿ। ਹੁਣ ਤੱਕ ਵੀ ਸਾਡੇ ਵੱਡੇ ਭਰਾ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਹੀ ਰਹਿੰਦੇ ਹਨ। ਕਹਿ ਅਵਲੋਕੈ ਜਿਮ ਉਰ ਚਹੈ। ਜਿਵੇਂ ਉਹਦੇ ਮਨ ਦੇ ਵਿੱਚ ਕੋਈ ਅਜੇ ਵੀ ਕਿਤੇ ਘਾਟ ਰਹਿ ਗਈ ਹੈ ਨਾ ਮਾੜੀ ਮੋਟੀ, ਜਿਵੇਂ ਚਾਹੇ ਉਸੇ ਤਰ੍ਹਾਂ ਦੀ ਕਰਾਮਾਤ ਸ਼ਕਤੀ ਹੋਰ ਵੀ ਦੇਖ ਸਕਦਾ ਹੈ। ਬਿਨਾ ਕਾਜ ਤੇ ਗਮਨ ਹਮਾਰੋ। ਸਤਿਗੁਰੂ ਜੀ ਕਹਿਣ ਲੱਗੇ ਵੀ ਬਿਨਾਂ ਕਾਰਨ ਤੋਂ ਸਾਡਾ ਦਿੱਲੀ ਸ਼ਹਿਰ ਦੇ ਵਿੱਚ ਜਾਣਾ ਨਹੀਂ ਬਣਦਾ ਹੈ। ਕਿਮ ਹੋਵੇ ਨਿਜ ਹਿਰਦੇ ਵਿਚਾਰੋ। ਤੂੰ ਵੀ ਆਪਣੇ ਮਨ ਦੇ ਵਿੱਚ ਜਰਾ ਵਿਚਾਰ ਕਰਕੇ ਦੇ ਲੈ ਵੀ ਉੱਥੇ ਸਾਡੇ ਜਾਣ ਦਾ ਕੋਈ ਬਾਕੀ ਮਨੋਰਥ ਨਹੀਂ ਰਹਿ ਗਿਆ ਹੈ। ਬਾਕ ਸੁਨੇ ਸ੍ਰੀ ਸਤਿਗੁਰ ਕੇ ਰੇ। ਜਦੋਂ ਇਹੋ ਜਿਹੇ ਬੇਪਰਵਾਹੀ ਵਾਲੇ ਬੇਖੌਫ ਬਚਨ ਰਾਜੇ ਜੈ ਸਿੰਘ ਦੇ ਦੂਤ ਪ੍ਰਧਾਨ ਨੇ ਆਪਣੇ ਕੰਨਾਂ ਦੇ ਨਾਲ ਹੀ ਸੁਣ ਲਏ ਹਨ। ਨ੍ਰਿਪ ਮੰਤਰੀ ਬੋਲਿਓ ਤੇ ਸਵੇਰੇ। ਉਸ ਵਕਤ ਜਿਹੜਾ ਰਾਜੇ ਜੈ ਸਿੰਘ ਦਾ ਪ੍ਰਧਾਨ ਮੰਤਰੀ ਨੇ ਫਿਰ ਬੜੀ ਨਿਮਰਤਾ ਦੇ ਨਾਲ ਆਪਣੇ ਵੱਲੋਂ ਬੇਨਤੀ ਕੀਤੀ ਸੀ। ਕਰ ਜੋਰਤ ਬਹੁ ਕਰਤ ਨਿਹੋਰਨ। ਬਾਰ-ਬਾਰ ਇਹ ਵੀ ਦੋਵੇਂ ਹੱਥ ਜੋੜ ਕਰਕੇ ਮਹਾਰਾਜ ਦੇ ਚਰਨ ਪਕੜਨ ਲੱਗ ਪਿਆ ਸੀ। ਸੁਨੋ ਪ੍ਰਭੂ ਤੁਮਕੋ ਕੁਛ ਲੋਰ ਨਾ। ਕਹਿ ਲੱਗਿਆ ਸੱਚੇ ਪਾਤਸ਼ਾਹ ਵੀ ਆਪ ਨੂੰ ਤਾਂ ਕੋਈ ਇਹੋ ਜੀ ਇੱਛਾ ਹੈ ਹੀ ਨਹੀਂ ਮਨ ਦੇ ਅੰਦਰ, ਨਾ ਤੁਹਾਨੂੰ ਕੋਈ ਦਿੱਲੀ ਸ਼ਹਿਰ ਦੇ ਵਿੱਚ ਜਾਣ ਦੀ ਲੋੜ ਵੀ ਬਾਕੀ ਨਹੀਂ ਰਹੀ ਹੈ। ਸਭ ਜਗ ਮੰਗਤ ਕੇ ਤੁਮ ਦਾਤਾ। ਆਪ ਸਾਰੇ ਸੰਸਾਰ ਦੇ ਦਾਤੇ ਦੁਨਿਆਵੀ ਲੋਕ ਕਿਵੇਂ ਆਪ ਦੇ ਚਰਨਾਂ ਦੇ ਵਿੱਚੋਂ ਕਿਤਨੇ ਜਿਹੜੇ ਪਦਾਰਥ ਰੋਜ਼ਾਨਾ ਪ੍ਰਾਪਤ ਕਰਦੇ ਹਨ।
ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇ ਦਰਬਾਰ ਦੇ ਵਿੱਚੋਂ ਵੀ ਸੰਗਤਾਂ ਬੜੀਆਂ ਖੁਸ਼ੀਆਂ ਬੜੇ ਸੁੱਖ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਆ ਕਰਕੇ ਪ੍ਰਾਪਤ ਕਰਿਆ ਕਰਦੇ ਸੀ। ਜੋ ਅੱਜ ਦਾ ਦਿਨ ਜਿਤਨੇ ਵੀ ਸ੍ਰੀ ਗੁਰੂ ਨਾਨਕ ਨਾਮ ਲੈਵਾ ਪ੍ਰੇਮੀ ਭਾਵੇਂ ਕੋਈ ਵਿਦੇਸ਼ਾਂ ਦੇ ਵਿੱਚ ਬੈਠਾ ਚਾਹੇ ਹਿੰਦੁਸਤਾਨ ਦੇ ਵਿੱਚ ਵਸਣ ਵਾਲੇ ਹਨ, ਉਹਨਾਂ ਦੇ ਲਈ ਸਾਰਿਆਂ ਨਾਲੋਂ ਜ਼ਿਆਦਾ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਅੱਜ ਦਾ ਦਿਨ ਹੈ। ਇਸ ਰੋਜ਼ ਨੂੰ ਧੰਨ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾਈ ਕਰ ਦਿੱਤੀ ਸੀ, ਸਮੁੱਚੇ ਵਿਸ਼ਵ ਦੇ ਭਲੇ ਵਾਸਤੇ ਰੱਬੀ ਬਾਣੀ ਉਚਾਰਨ ਕੀਤੀ ਹੈ। ਏਕ ਦਿਵਸ ਪ੍ਰਭ ਪ੍ਰਾਤਹਿ ਕਾਲ ਦਇਆ ਪਰੇ ਪ੍ਰਭ ਦੀਨ ਦਿਆਲ ਜੈ ਮਨ ਉਪਜੀ ਪ੍ਰਗਟਿਓ ਜਗ ਪੰਥ ਤੇ ਕਾਰਨ ਕੀਜੈ ਗ੍ਰੰਥ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੰਦਰ ਅੰਮ੍ਰਿਤ ਵੇਲੇ ਸੰਕਲਪ ਪੈਦਾ ਹੋਇਆ ਸੀ, ਜੈ ਮਨ ਉਪਜੀ ਪ੍ਰਗਟਿਓ ਜਗ ਪੰਥ ਤੇ ਕਾਰਨ ਕੀਜੈ ਅਬ ਗ੍ਰੰਥ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਜਿਹੜਾ ਸਿੱਖ ਧਰਮ ਦੁਨੀਆ ਦੇ ਵਿੱਚ ਪ੍ਰਚਲਿਤ ਕਰਤਾ ਦਿੱਤਾ ਹੈ ਤੇ ਕਾਰਨ ਕੀਜੈ ਅਬ ਗ੍ਰੰਥ ਕਹਿੰਦੇ ਜਿਹੜੇ ਧਾਰਮਿਕ ਗ੍ਰੰਥ ਜੋ ਵੀ ਸੰਸਾਰ ਦੇ ਵਿੱਚ ਰਿਸ਼ੀਆਂ ਮੁਨੀਆਂ ਮਹਾਂਪੁਰਖਾਂ ਨੇ ਰਚੇ ਹਨ, ਸਨਾਤਨ ਮਤ ਦੇ ਸਾਰਿਆਂ ਨਾਲੋਂ ਪੁਰਾਣੇ ਚਾਰ ਜਿਹੜੇ ਵੇਦ ਸਾਮ ਵੇਦ ਹੈ, ਰਿਗ ਵੇਦ ਹੈ, ਜੋਜਰ ਹੈ, ਅਥਰਵਣ ਹੈ। ਇਸਲਾਮ ਮਤ ਦੀਆਂ ਇਸੇ ਤਰ੍ਹਾਂ ਚਾਰ ਜਿਹੜੀਆਂ ਕਿਤਾਬਾਂ ਮੰਨੀਆਂ ਜਾਂਦੀਆਂ ਹਨ, ਇੰਜੀਲ ਹੈ, ਤੌਰੇਤ ਹੈ, ਕੁਰਾਨ ਹੈ। ਜਿਵੇਂ ਇਹ ਆਪੋ ਆਪਣੇ ਧਰਮਾਂ ਦੇ ਗ੍ਰੰਥ ਰਚੇ ਹੋਏ ਹਨ, ਜਿਨ੍ਹਾਂ ਧਰਮਾਂ ਦਾ ਆਪਣਾ ਕੋਈ ਨਿੱਜੀ ਗ੍ਰੰਥ ਨਹੀਂ ਰਚਿਆ ਹੋਇਆ। ਕਹਿੰਦੇ ਉਹ ਜਿਹੜੇ ਧਰਮ ਜ਼ਿਆਦਾਤਰ ਸੰਸਾਰ ਦੇ ਅੰਦਰ ਟਿਕ ਨਹੀਂ ਸਕਦੇ ਹਨ, ਧਾਰਮਿਕ ਗ੍ਰੰਥਾਂ ਨੂੰ ਇਹ ਮਜ਼ਹਬ ਦੀਆਂ ਦੀਨ ਦੀਆਂ ਜੜ੍ਹਿਆਂ ਮੰਨਿਆ ਜਾਂਦਾ ਹੈ। ਔਰ ਜਿਵੇਂ ਜੇ ਵੱਡੇ ਸਾਰੇ ਦਰੱਖਤ ਦੀ ਜੜੀ ਨਾ ਹੋਵੇ ਉਹ ਹੌਲੀ ਹੌਲੀ ਫਿਰ ਸੁੱਕਣ ਲੱਗ ਜਾਏਗਾ। ਬ੍ਰਿਛ ਨੂੰ ਵਧਣ ਫੁੱਲਣ ਦੇ ਲਈ ਜੜ੍ਹਾਂ ਦੀ ਬੜੀ ਧਰਤੀ ਦੇ ਵਿੱਚ ਲੋੜ ਹੁੰਦੀ ਹੈ। ਕਈ ਇਹੋ ਜਿਹੇ ਪਹਿਲੇ ਸਮਿਆਂ ਦੇ ਵਿੱਚ ਮਜ਼੍ਹਬ ਹੋ ਚੁੱਕੇ ਹਨ ਅਤੇ ਜਿਨ੍ਹਾਂ ਦਾ ਪ੍ਰਭਾਵ ਭਾਵੇਂ ਉਸ ਵਕਤ ਸਾਰੇ ਹਿੰਦੁਸਤਾਨ ਦੇ ਲੋਕਾਂ ਦੇ ਉੱਪਰ ਪੈ ਗਿਆ ਸੀ, ਪਰ ਸਹਿਜੇ ਸਹਿਜੇ ਉਹਨਾਂ ਦਾ ਕੋਈ ਨਿੱਜੀ ਆਪਣਾ ਧਾਰਮਿਕ ਗ੍ਰੰਥ ਨਾ ਹੋਣ ਦੇ ਕਾਰਨ ਅੱਜ ਉਹਨਾਂ ਦਾ ਜਿਹੜਾ ਨਾਮੋ ਨਿਸ਼ਾਨ ਹੀ ਹਿੰਦੁਸਤਾਨ ਦੇ ਵਿੱਚ ਬੜਾ ਮਿਟ ਚੁੱਕਿਆ ਹੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਵੀ ਇਸ ਸਿੱਖ ਧਰਮ ਦੀ ਰੱਖਿਆ ਕਰਨ ਵਾਸਤੇ ਤੇ ਕਾਰਨ ਕੀਜੈ ਅਬ ਗ੍ਰੰਥ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੀਵਾਂ ਦੇ ਭਲੇ ਵਾਸਤੇ ਰੱਬੀ ਬਾਣੀ ਉਚਾਰਨ ਕਰਨ ਦੇ ਲਈ ਆਪਣੇ ਮਨ ਦੇ ਅੰਦਰ ਫੁਰਨਾ ਧਾਰਨ ਕੀਤਾ ਸੀ। ਜਦੋਂ ਬਾਬਾ ਪ੍ਰੀਤੀ ਚੰਦ ਉਹ ਵੀ ਬਹੁਤ ਸਾਰੇ ਆਪਣੇ ਜਿਹੜੇ ਸ਼ਬਦ ਸੰਗਤਾਂ ਦੇ ਵਿੱਚ ਬਣਾ ਕਰਕੇ ਸੁਣਾਉਣ ਲੱਗ ਪਏ ਸਨ, ਉਸ ਵਕਤ ਗੁਰਸਿੱਖਾਂ ਨੇ ਵੀ ਸਤਿਗੁਰੂ ਜੀ ਦੇ ਅੱਗੇ ਬਾਰ-ਬਾਰ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਹੋ ਤਾਂ ਕੱਚੀ ਬਾਣੀ ਔਰ ਸੱਚੀ ਬਾਣੀ ਦਾ ਕੋਈ ਪਤਾ ਹੀ ਨਹੀਂ ਲੱਗਣਾ। ਆਉਣ ਵਾਲੇ ਸਮੇਂ ਦੇ ਵਿੱਚ ਗੁਰਸਿੱਖਾਂ ਨੂੰ ਇੱਕ ਸਿੱਖ ਬੋਲਿਓ ਕਰ ਕਰ ਉਚਾਰੀ
ਗੁਰ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਬਾਬਾ ਪ੍ਰੀਤੀ ਚੰਦ ਉਹ ਵੀ ਆਪਣੇ ਬਹੁਤ ਸਾਰੇ ਸ਼ਬਦ ਬਣਾਉਣ ਲੱਗ ਪਏ ਹਨ, ਅਤੇ ਵਿੱਚ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਲਿਖ ਦੇਣਾ। ਭਵਿੱਖਤ ਸਮੇਂ ਨੂੰ ਅਨੁਭਵ ਕਰਦਿਆਂ ਹੋਇਆ ਫਿਰ ਸਤਿਗੁਰੂ ਜੀ ਨੇ ਪਹਿਲਾਂ ਗੋਇੰਦਵਾਲ ਸਾਹਿਬ ਜਾ ਕਰਕੇ ਬਾਬਾ ਮੋਹਨ ਜੀ ਦੇ ਪਾਸੋਂ ਪੋਥੀਆਂ ਲਿਆਂਦੀਆਂ ਸਨ। ਇਹ ਕਾਰਜ ਕਰਨ ਵਾਸਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਵੀ ਗੋਇੰਦਵਾਲ ਸਾਹਿਬ ਦੇ ਵਿੱਚ ਪਹੁੰਚੇ। ਬਥੇਰੇ ਉਹਨਾਂ ਨੇ ਬਾਬਾ ਮੋਹਨ ਜੀ ਦੇ ਜਾ ਕਰਕੇ ਦਰਵਾਜ਼ੇ ਭੰਨੇ, ਬਾਰ-ਬਾਰ ਖੜਕਾ ਵੀ ਕੀਤਾ, ਪਰ ਬਾਬਾ ਮੋਹਨ ਜੀ ਦੀ ਜਿਹੜੀ ਸਮਾਧੀ ਨਹੀਂ ਖੁਲਾ ਸਕੇ ਸੀ। ਅਖੀਰ ਨੂੰ ਜਦੋਂ ਆਪ ਸਤਿਗੁਰੂ ਜੀ ਬੜੀਆਂ ਸੰਗਤਾਂ ਦੇ ਸਮੇਤ ਚਲਦਿਆਂ ਉਸ ਚਵਾਰੇ ਦੇ ਨਾਲ ਦੀ ਜਿਹੜੀ ਗਲੀ ਹੈ, ਮਹਾਰਾਜ ਨੇ ਧਰਤੀ 'ਤੇ ਹੀ ਆਪਣੇ ਆਸਣ ਲਗਾਏ ਸਨ। ਮੋਹਨ ਤੇਰੇ ਉੱਚੇ ਮੰਦਰ ਮਹਿਲ ਪਾਰਾ, ਇਹ ਸ਼ਬਦ ਜਦੋਂ ਸਤਿਗੁਰੂ ਜੀ ਨੇ ਉਚਾਰਨ ਕੀਤਾ, ਸੁਣ ਕਰਕੇ ਬਾਬਾ ਮੋਹਨ ਜੀ ਦੀ ਸਮਾਧੀ ਖੁੱਲ੍ਹ ਗਈ। ਜਦੋਂ ਸ਼ਬਦ ਦਾ ਚੌਥਾ ਪਦ ਮਹਾਰਾਜ ਨੇ ਉਚਾਰਨ ਕੀਤਾ, ਫਿਰ ਤਾਂ ਪੋਥੀਆਂ ਲੈ ਕਰਕੇ ਬਾਬਾ ਮੋਹਨ ਜੀ ਮਹਾਰਾਜ ਦੇ ਅੱਗੇ ਹਾਜ਼ਰ ਹੋ ਗਏ ਸਨ। ਬੜੀ ਧੂਮ ਧਾਮ ਅਦਬ ਸਤਿਕਾਰ ਦੇ ਸਹਿਤ ਉਹਨਾਂ ਪੋਥੀਆਂ ਨੂੰ ਅੰਮ੍ਰਿਤਸਰ ਦੀ ਉਸ ਪਵਿੱਤਰ ਧਰਤੀ ਦੇ ਉੱਪਰ ਲਿਆਂਦਾ ਗਿਆ ਸੀ। ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਨੂੰ ਇਸ ਲਿਖਾਈ ਦੀ ਸੇਵਾ ਦੇ ਉੱਪਰ ਆਪਣੇ ਵੱਲੋਂ ਲਗਾਇਆ ਸੀ। ਜਿੱਥੇ ਅੱਜ ਕੱਲ੍ਹ ਰਾਮਸਰ ਪ੍ਰੈਸ ਲੱਗੀ ਹੋਈ ਹੈ, ਭਾਵੇਂ ਉਹਨਾਂ ਸਮਿਆਂ ਦੇ ਵਿੱਚ ਤਾਂ ਇਹ ਜਿਹੜੀ ਜਗ੍ਹਾ ਉਹ ਜ਼ਾੜ ਬਿਆਬਾਨਾਂ ਦੇ ਸਮਾਨ ਪਈ ਸੀ। ਅੱਜ ਤਾਂ ਉੱਥੇ ਜਿਵੇਂ ਕਹਿੰਦੇ ਵੀ ਪੈਰ ਧਰਨ ਨੂੰ ਵੀ ਜਗ੍ਹਾ ਨਹੀਂ ਮਿਲਦੀ। ਚਾਰੇ ਪਾਸੇ ਕਿਤਨੀ ਸੰਘਣੀ ਇਸ ਸਥਾਨ ਦੇ ਆਲੇ ਦੁਆਲੇ ਹੋ ਚੁੱਕੀ ਹੈ। ਡਿੱਠੇ ਸਭੇ ਥਾਪ ਨਹੀਂ ਤੁਧ ਜਿਹਿਆ, ਬਧੋ ਪੁਰਖ ਵਿਦਾਤਾ ਤਾਂ ਤੂੰ ਸੋਹਿਆ। ਬਸਦੀ ਸਗਨ ਅਪਾਰ ਅਨੋਪ ਰਾਮਦਾਸ ਸਰ, ਹਰਾ ਕਸਮਲ ਜਾਹੇ ਨਾਇ ਰਾਮਦਾਸ ਸਰ। ਸਤਿਗੁਰੂ ਜੀ ਨੇ ਅਗੰਮੀ ਬਚਨ ਪਹਿਲਾਂ ਹੀ ਆਪਣੀ ਰਸਨਾ ਤੋਂ ਕਹਿ ਦਿੱਤਾ ਸੀ, ਕਿਤਨੀ ਸੰਘਣੀ ਵਾਦੀ ਇਸ ਅਸਥਾਨ ਦੇ ਆਲੇ ਦੁਆਲੇ ਹੋ ਚੁੱਕੀ ਹੈ। ਭਾਈ ਗੁਰਦਾਸ ਜੀ ਨਾਲ ਦੀ ਨਾਲ ਸ਼ਬਦਾਂ ਨੂੰ ਲਿਖੀ ਜਾਂਦੇ ਸੀ। ਸਤਿਗੁਰੂ ਜੀ ਨੇ ਆਪਣੇ ਕੰਠ ਤੋਂ ਰੱਬੀ ਬਾਣੀ ਉਚਾਰਨ ਕਰੀ ਜਾਣੀ। ਇਹ ਪਰੰਪਰਾ ਭਾਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਹੀ ਸ਼ੁਰੂ ਹੋ ਚੁੱਕੀ ਸੀ। ਬਹੁਤ ਸਾਰੇ ਇਹੋ ਜਿਹੇ ਪ੍ਰਮਾਣ ਵੀ ਇਤਿਹਾਸ ਦੇ ਵਿੱਚ ਪੜ੍ਹਨ ਵਾਸਤੇ ਪ੍ਰਾਪਤ ਹੁੰਦੇ ਨੇ। ਭਾਈ ਗੁਰਦਾਸ ਜੀ ਨੇ ਵੀ ਇਹ ਸ਼ਬਦਾਂ ਵਾਲੀ ਪੋਥੀ ਦੇ ਵੱਲ ਆਪਣੇ ਵੱਲੋਂ ਇਸ਼ਾਰਾ ਕੀਤਾ। ਪੁੱਛਣ ਗੱਲ ਇਮਾਨ ਦੀ, ਕਾਜੀ ਮੁੱਲਾ ਇਕੱਠੇ ਹੋਈ, ਵੱਡਾ ਸੰਗ ਵਰਤਾਇਆ, ਲੱਖ ਨਾ ਸੁੱਕਾ ਕੁਦਰਤ ਕੋਈ, ਪੁੱਛਣ ਫੋਲ ਕਿਤਾਬਨੋ, ਵੱਡਾ ਹਿੰਦੂ ਕੇ ਮੌਸਲ ਮਾਂ ਲੋਈ, ਬਾਬਾ ਕੇ ਹਾਜੀਆਂ ਸ਼ੁਭ ਅਮਲਾ ਬਾਜੋ ਦੋਨੋਂ ਰੋਈ। ਬਾਬਾ ਫਿਰ ਮੱਕੇ ਗਿਆ, ਨੀਲ ਬਸਨ ਤਾਰੇ ਬਨਵਾਰੀ, ਆਸਾ ਹੱਥ ਕਿਤਾਬ ਕਛ, ਪੂਜਾ ਬਾਗ ਮੁਸੱਲਾ ਧਾਰੀ। ਭਾਈ ਗੁਰਦਾਸ ਜੀ ਨੇ ਵੀ ਜਿਹੜੇ ਦੋ ਪ੍ਰਮਾਣ ਆਪਣੀਆਂ 12 ਦੇ ਵਿੱਚ ਇਸ ਪੋਥੀ ਦੇ ਪ੍ਰਥਾਏ ਉਚਾਰਨ
ਕੀਤੇ ਹਨ ਪਾਈ। ਮਨ ਸੁਖ ਸਾਹ ਨੇ ਵੀ ਕਾਫੀ ਸ਼ਬਦ ਆਪਣੇ ਪਾਸ ਲੈ ਕਰਕੇ ਰੱਖੇ ਹੋਏ ਸੀ। ਉਹ ਤੋਂ ਅੱਗੇ ਪਾਈ ਪੈੜੇ ਮੌਕੇ ਦਾ ਵੀ ਜਿਹੜਾ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ ਹੈ। ਤੀਜੇ ਨੰਬਰ 'ਤੇ ਬਾਬਾ ਮੋਹਨ ਜੀ ਦੇ ਪੁੱਤਰ ਅੱਗੇ ਬਾਬਾ ਸਾਂਸਾ ਰਾਮ ਜੀ, ਉਹਨਾਂ ਨੇ ਬਹੁਤ ਸਾਰੇ ਜਿਹੜੇ ਗੁਰਬਾਣੀ ਦੇ ਸ਼ਬਦ ਪੋਥੀ ਦੇ ਵਿੱਚ ਲੈ ਕਰਕੇ ਰੱਖੇ ਹੋਏ ਸੀ। ਉਹ ਜਿਹੜਾ ਬੜਾ ਅਮੋਲਕ ਖਜ਼ਾਨਾ ਸਤਿਗੁਰੂ ਜੀ ਲੈ ਕਰਕੇ ਆਰਾਮ ਸਾਰ ਬਾਲੀ ਜਗ੍ਹਾ 'ਤੇ ਪਹੁੰਚ ਗਏ ਸੀ। ਲੈਦਿਆਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾਈ ਹੋ ਗਈ, ਇਹ ਜਿਹੜੀ ਵਾਰਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸੰਪਾਦਨ ਹੋਣ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਗੁਰਸਿੱਖਾਂ ਨੂੰ ਵੀ ਪਤਾ ਲੱਗ ਚੁੱਕਿਆ ਸੀ ਵੀ ਮਹਾਰਾਜ ਸਾਰੇ ਵਿਸ਼ਵ ਦੇ ਭਲੇ ਲਈ ਪਰਉਪਕਾਰ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਹੜਾ ਪਾਵਨ ਸਰੂਪ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਗਾ ਕਰਕੇ ਤਿਆਰ ਕਰਵਾ ਰਹੇ ਹਨ। ਜਿਸ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪੂਰਨਤਾਈ ਹੋਈ, ਬੜੇ ਪ੍ਰੇਮੀ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਵੀ ਮਹਾਰਾਜ ਦੇ ਦਰਬਾਰ ਦੇ ਵਿੱਚ ਪਹੁੰਚੇ ਹੋਏ ਸਨ। ਉਸ ਵਕਤ ਸਤਿਗੁਰੂ ਜੀ ਦਾ ਜਿਹੜਾ ਪਾਵਨ ਸਰੂਪ ਬਾਬਾ ਬੁੱਢਾ ਜੀ ਨੇ ਆਪਣੇ ਸੀਰ ਦੇ ਉੱਪਰ ਅਸਵਾਰਾ ਕੀਤਾ ਹੋਇਆ ਸੀ। ਆਪ ਦੀਨ ਦੁਨੀਆ ਦੇ ਮਾਲਕ ਹੱਥ ਦੇ ਵਿੱਚ ਲੈ ਕਰਕੇ ਚੌਰ ਕਰ ਰਹੇ ਹਨ। ਜਦੋਂ ਚਲਦਿਆਂ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪਹੁੰਚੇ, ਚਾਰੇ ਪਾਸੇ ਪ੍ਰੇਮੀਆਂ ਦੀ ਸੰਗਤਾਂ ਦੀ ਬਹੁਤ ਜ਼ਿਆਦਾ ਭੀੜ ਜੁੜ ਚੁੱਕੀ ਸੀ। ਸ੍ਰੀ ਗੁਰੂ ਗ੍ਰੰਥ ਲਾਇਕ ਦਰਬਾਰਾ ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਪਾਸੋਂ ਪੁੱਛਿਆ ਵੀ ਸੀ ਵੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ, ਇਹ ਪ੍ਰਕਾਸ਼ ਆਪਾਂ ਨੂੰ ਕਿੱਥੇ ਕਰਨਾ ਚਾਹੀਦਾ? ਬਾਬਾ ਬੁੱਢਾ ਜੀ ਕਹਿਣ ਲੱਗੇ, ਮਹਾਰਾਜ ਸੱਚੇ ਪਾਤਸ਼ਾਹ ਆਪ ਤੋਂ ਸਿਆਣਾ ਦੁਨੀਆ ਦੇ ਵਿੱਚ ਹੋਰ ਕਿਹੜਾ ਹੋ ਸਕਦਾ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਲਾਇਕ ਦਰਬਾਰਾ, ਜਿਵੇਂ ਸਾਰਿਆਂ ਨਾਲੋਂ ਸੋਹਣਾ ਹਰੀ ਦਾ ਮੰਦਰ ਆਪਣੇ ਪਹਿਲਾਂ ਤਿਆਰ ਕੀਤਾ ਹੋਇਆ, ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਵੀ ਪ੍ਰਕਾਸ਼ ਉਸ ਹੋਣਾ ਚਾਹੀਦਾ। ਉਸ ਸਮੇਂ ਬਾਬਾ ਬੁੱਢਾ ਜੀ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਮੰਜੀ ਦੇ ਉੱਪਰ ਕੀਤਾ ਸੀ, ਚਾਰੇ ਪਾਸੇ ਸੰਗਤਾਂ ਨੇ ਫਿਰ ਜੈ ਜੈਕਾਰ ਦੇ ਜੈਕਾਰੇ ਵੀ ਲਗਾਏ ਸਨ। ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ ਜੈ ਜੈਕਾਰ ਭਇਆ ਜਗ ਅੰਤਰ। ਲਾਥੇ ਸਗਲ ਬਸੂਰੇ ਪੂਰਨ ਪੁਰਖ ਅਚਤ ਵਿਨਾਸੀ। ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਰਦ ਰਖਿਆ ਪਰਮੇਸ਼ਰ। ਨਾਨਕ ਨਾਮ ਤੇ ਆਇਆ। ਇਹ ਜਿਹੜਾ ਸ਼ਬਦ ਬਾਬਾ ਬੁੱਢਾ ਜੀ ਨੇ ਬੜੀ ਬੁਲੰਦ ਆਵਾਜ਼ ਦੇ ਨਾਲ ਪੜ੍ਹ ਕਰਕੇ ਸੰਗਤਾਂ ਨੂੰ ਸੁਣਾਇਆ ਸੀ। ਚਾਰੇ ਪਾਸੇ ਥਾਂ 'ਤੇ ਬੜੇ ਮੰਗਲਾਚਾਰ ਵੀ ਸੰਗਤਾਂ ਦੇ ਵਿੱਚ ਸਤਿਗੁਰੂ ਜੀ ਨੇ ਆਪ ਕਰਵਾਏ ਸਨ। ਸੋ ਅੱਜ ਦੇ ਦਿਨ ਜੋ ਵੀ ਪ੍ਰੇਮੀ ਸ੍ਰੀ ਗੁਰੂ ਨਾਨਕ ਨਾਮ ਲੈਵਾ ਗੁਰ ਸਿੱਖ ਚਾਹੇ ਜਿੱਥੇ ਵੀ ਬੈਠਾ, ਹਰੇਕ ਦੇ ਮਨ ਦੇ ਵਿੱਚ ਬੜੀ ਖੁਸ਼ੀ, ਬੜਾ ਚਾਅ ਭਰਿਆ ਹੋਇਆ ਹੈ। ਜਿਵੇਂ
ਘਰਾਂ ਦੇ ਵਿੱਚ ਕਈ ਪਰਿਵਾਰ ਆਪੋ ਆਪਣੇ ਬੱਚਿਆਂ ਦੇ ਜਨਮ ਦਿਨ ਮਨਾ ਕਰਕੇ ਬੜੇ ਖੁਸ਼ ਹੋ ਜਾਂਦੇ ਨੇ, ਪਰ ਸਾਡੇ ਵਾਸਤੇ ਸਾਰਿਆਂ ਦੇ ਨਾਲੋਂ ਖੁਸ਼ੀਆਂ ਦੇ ਨਾਲ ਭਰਿਆ ਹੋਇਆ ਅੱਜ ਦਾ ਦਿਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਹਿਲਾ ਪ੍ਰਕਾਸ਼ 1661 ਬਿਕਰਮੀ ਸੰਮਤ ਭਾਦਰੋਂ ਸੁਦੀ ਏਕਮ ਨੂੰ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਕਰਵਾਇਆ ਸੀ। ਦਰਬਾਰ ਦੇ ਵਿੱਚ ਵੀ ਮਹਾਂਪੁਰਖਾਂ ਦੇ ਵੱਲੋਂ ਕਿਹੋ ਜੀ ਸੋਹਣੀ ਡੈਕੋਰੇਸ਼ਨ ਇਸ ਖੁਸ਼ੀਆਂ ਭਰੇ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਕਰਵਾਈ ਗਈ ਹੈ। ਨਾਨਾ ਪ੍ਰਕਾਰ ਦੀਆਂ ਆ ਜਿਹੜੀਆਂ ਰੋਸ਼ਨੀਆਂ ਵੀ ਮਹਾਂਪੁਰਖਾਂ ਦੇ ਦਰਬਾਰ ਦੇ ਵਿੱਚ ਨਿਕਲ ਰਹੀਆਂ ਹਨ, ਇਹ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਿਹੜਾ ਸਾਡੇ ਮਨਾਂ ਦੇ ਅੰਦਰ ਇਹੋ ਜਿਹਾ ਅਗਿਆਨ ਦਾ ਅੰਧੇਰਾ ਭਰਿਆ ਹੋਇਆ, ਰੱਬੀ ਬਾਣੀ ਇਸੇ ਵਾਸਤੇ ਉਚਾਰਨ ਕੀਤੀ ਹੈ ਵੀ ਸਾਡੇ ਮਨਾਂ ਦੇ ਅੰਦਰ ਇਹੋ ਜਿਹੀਆਂ ਗਿਆਨ ਦੀਆਂ ਰੋਸ਼ਨੀਆਂ ਕਿਤੇ ਪੈਦਾ ਹੋ ਜਾਣ ਤੇ ਫਿਰ ਗੁਰੂ ਬਾਬਾ ਜੀ ਦੀ ਜਿਹੜੀ ਖੁਸ਼ੀ ਪ੍ਰਸੰਨਤਾ ਸਾਰੇ ਪ੍ਰੇਮੀਆਂ ਦੇ ਉੱਪਰ ਆਪਣੇ ਆਪੇ ਹੋ ਜਾਂਦੀ ਹੈ। ਜੋ ਵੀ ਮਾਈ ਪਾਈ ਸੰਗਤਾਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਹਾਜ਼ਰ ਬੈਠੇ ਨੇ, ਸੋ ਸਾਰਿਆਂ ਨੂੰ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਉਤਸਵ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ। ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ, ਹਰ ਹਰ ਊਤਮ ਬਾਣੀ ਗਾਵਿਆ ਸੁਣਿਆ। ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਹੋ ਜਿਹੀਆਂ ਖੁਸ਼ੀਆਂ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਨੂੰ, ਆਪਣੇ ਗੁਰਸਿੱਖਾਂ ਨੂੰ ਸਦਾ ਵਾਸਤੇ ਬਖਸ਼ਦੇ ਰਹਿਣ। ਇਹੀ ਅਰਦਾਸ ਬੇਨਤੀ ਆਪਾਂ ਨੇ ਵੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਰਨੀ ਹੈ। ਸੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ, ਸਾਰੇ ਪ੍ਰੇਮੀਆਂ ਨੂੰ ਲੱਖ ਲੱਖ ਵਧਾਈਆਂ, ਲੱਖ ਲੱਖ ਮੁਬਾਰਕਾਂ ਹੋਣ। ਜਿਸ ਪ੍ਰਕਾਰ ਬਲਪ੍ਰੀਤ ਨੇ ਵੀ ਬੈਠ ਕਰਕੇ ਦੂਤ ਦੇ ਨਾਲ ਵਿਚਾਰ ਕਰਨੀ ਹੈ, ਉਸ ਪ੍ਰਸੰਗ ਦੀ ਵਿਚਾਰ ਅੱਗੇ ਕੀਤੀ ਜਾਏਗੀ। ਇਉਂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਤਾ ਗੱਦੀ 'ਤੇ ਵਿਰਾਜਮਾਨ ਹੋ ਕਰਕੇ ਆਪਣੇ ਪਵਿੱਤਰ ਉਪਦੇਸ਼ ਅਤੇ ਦਰਸ਼ਨਾਂ ਦੁਆਰਾ ਵਡਭਾਗੇ ਗੁਰ ਸਿੱਖਾ ਤਾਈ ਨੇ ਹਾਲ ਕਰ ਰਹੇ ਨੇ। ਸਭ ਜਗ ਮੰਗਤ ਕੇ ਤੁਮ ਦਾਤਾ, ਕਰਾ ਮਾਤ ਕੋ ਘਰ ਬਖਿਆਤਾ। ਸਭ ਜਗ ਮੰਗਤ ਕੇ ਤੁਮ ਦਾਤਾ, ਕਰਾ ਮਾਤ ਕੋ ਘਰ ਬਖਿਆਤਾ। ਏ ਚੌਥੇ ਪਾਰ ਬ੍ਰਹਮੋ ਅਵਨਾਸੀ ਅਗਨਾਸ, ਏ ਪੂਰਨ ਏ ਸਰਬ ਮੈਂ ਦੁਖ ਭੰਜਨ ਗੁਣ ਤਾਸ। ਏ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ। ਏ ਗੋਵਿੰਦ ਏ ਗੋ ਨਿਦਾਨ ਜਾ ਕੈ ਸਦਾ ਵਿਵੇਕ। ਏ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਏ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ। ਏ ਠਾਕਰੋਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ। ਜੋ ਸ਼ਰਦ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ। ਜੋ ਸ਼ਰਦ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ।